ਸਤਿ ਸ਼੍ਰੀ ਅਕਾਲ PNCN ਦੇਖ ਰਹੇ ਹੋ ਤੁਸੀਂ ਖਬਰਾਂ ਦਾ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਗੱਡੀਆਂ ਵਿੱਚੋਂ ਗੈਸ ਚੋਰੀ ਹੋਣ ਦੇ ਮਾਮਲੇ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਸਾਹਮਣੇ ਆ ਰਹੇ ਨੇ। ਇੱਕ ਬਜ਼ੁਰਗ ਜੋੜੇ ਨੂੰ ਮੂਰਖ ਬਣਾਉਂਦੇ ਹੋਏ ਕਰੀਬ $4 ਲੱਖ ਲੁੱਟੇ ਗਏ। ਉੱਤਰੀ ਵੈਨਕੂਵਰ ਵਿੱਚ ਰੀਅਲ ਕੈਨੇਡੀਅਨ ਸੁਪਰ ਸਟੋਰ ਦੇ ਬਾਹਰ ਪਾਰਕਿੰਗ ਵਿੱਚ ਗੋਲੀਆਂ ਚੱਲੀਆਂ, ਇੱਕ ਵਿਅਕਤੀ ਨੇ ਦਮ ਤੋੜਿਆ। ਰਾਜਧਾਨੀ ਓਟਵਾ ਵਿੱਚ ਵਾਤਾਵਰਣ ਵਿਭਾਗ ਨੇ ਬਰਫ਼ ਪੈਣ ਦੇ ਬਾਰੇ ਚੇਤਾਵਨੀ ਦਿੱਤੀ ਤੇ ਸੜਕਾਂ ਦੇ ਉੱਤੇ ਪਾਰਕਿੰਗ ਲਈ ਕੱਲ੍ਹ ਵਾਸਤੇ ਬੈਨ ਲਾਇਆ ਗਿਆ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਕਿਹੜੀ ਚਾਕਲੇਟ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਈ ਹੈ ਤੇ ਚੇਤਾਵਨੀ ਦਿੱਤੀ ਹੈ, ਇਸ ਦੇ ਬਾਰੇ ਦੱਸਾਂਗੇ। ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ੇ ਦੀ ਓਵਰਡੋਜ਼ ਕਰਕੇ ਇੱਕ ਮਹੀਨੇ ਵਿੱਚ 200 ਤੋਂ ਵੱਧ ਮੌਤਾਂ ਹੋਈਆਂ। ਇਸ ਨਾਲ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਦੇ ਕਈ ਵੱਖੋ-ਵੱਖਰੇ ਹਿੱਸਿਆਂ ਵਿੱਚ ਇਸ ਸਮੇਂ ਗੱਡੀਆਂ ਦੇ ਵਿੱਚੋਂ ਗੈਸ ਚੋਰੀ ਕਰਨ ਦੇ ਮਾਮਲੇ ਸਾਹਮਣੇ ਆਏ ਨੇ। ਤਾਜ਼ਾ ਮਾਮਲਾ ਵਿਨੀਪੈਗ ਤੋਂ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ontario ਦੇ ਵਿੱਚੋਂ ਵੀ ਮਾਮਲੇ ਸਾਹਮਣੇ ਆ ਚੁੱਕੇ ਨੇ। ਇੱਕ ਪਾਸੇ ਜਿੱਥੇ ਗੈਸ ਦਾ ਰੇਟ ਕੈਨੇਡਾ ਦੇ ਕਈ ਹਿੱਸਿਆਂ ਵਿੱਚ $2 ਤੋਂ ਵੀ ਪਾਰ ਹੋ ਗਿਆ ਹੈ, ਤਾਂ ਦੂਜੇ ਪਾਸੇ ਇਸ ਸੰਬੰਧੀ ਕੁਝ ਅਜਿਹੇ ਮਾਮਲੇ ਸਾਹਮਣੇ ਆਉਣ ਲੱਗੇ ਨੇ ਕਿ ਗੈਸ ਸਟੇਸ਼ਨ ਦੇ ਉੱਤੇ ਕਾਮਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਹੁਣ ਸਵਾਲ ਚੁੱਕੇ ਜਾ ਰਹੇ ਨੇ ਕਿ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਕਿ ਗੱਡੀ ਕਿਤੇ ਖੜੀ ਸੀ ਤਾਂ ਉਸ ਦੇ ਵਿੱਚੋਂ ਗੈਸ ਕੱਢੀ ਗਈ, ਤਾਂ ਗੈਸ ਸਟੇਸ਼ਨ ਦੇ ਉੱਤੇ ਵੀ ਕਿਸੇ ਕਾਮੇ ਨੂੰ ਇਸ ਦੌਰਾਨ ਜੋ ਹਮਲੇ ਦਾ ਸ਼ਿਕਾਰ ਨਾ ਬਣਾਇਆ ਜਾਵੇ, ਉਹਨਾਂ ਦੀ ਸੁਰੱਖਿਆ ਨੂੰ ਸਥਾਈ ਕਰਨ ਦੇ ਵਾਸਤੇ ਮੰਗ ਉੱਠਣ ਲੱਗੀ ਹੈ। ਤੇ ਜੋ ਇਹ ਮਾਮਲੇ ਸਾਹਮਣੇ ਆ ਰਹੇ ਨੇ ਅਜਿਹਾ ਨਾ ਹੋਵੇ, ਇਸ ਸੰਬੰਧੀ ਵੀ ਕਦਮ ਚੁੱਕੇ ਜਾਣ ਦੇ ਵਾਸਤੇ ਕਿਹਾ ਜਾਣ ਲੱਗਿਆ ਹੈ ਤੇ ਇਸ ਦੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹ ਕਾਰਵਾਈ ਵੀ ਕਰ ਰਹੇ ਨੇ। ਤਾਂ ਦੂਜੇ ਪਾਸੇ ਅਗਲੀ ਖਬਰ ਹੈ ਕਿ ਨਾਰਥ ਵੈਨਕੂਵਰ ਵਿੱਚ ਅੱਜ ਦੁਪਹਿਰ ਨੂੰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਵਿਅਕਤੀ ਦੇ ਗੋਲੀ ਲੱਗੀ ਜਿਸ ਨੇ ਕਿ ਦਮ ਤੋੜ ਦਿੱਤਾ ਹੈ। ਆਈਹਿਟ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਨਾਰਥ ਵੈਨਕੂਵਰ RCMP ਨੇ ਦੱਸਿਆ ਕਿ ਰੀਅਲ ਕੈਨੇਡੀਅਨ ਸੁਪਰ ਸਟੋਰ ਦੀ ਪਾਰਕਿੰਗ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ। 333 ਸੈਮੋਰ ਬੁਲੇਵਾਰਡ ਦੇ ਉੱਤੇ ਇਹ ਸਟੋਰ ਮੌਜੂਦ ਹੈ, ਜਿੱਥੇ ਕਿ ਜਦੋਂ ਪੁਲਿਸ ਵਾਲੇ ਪਹੁੰਚੇ ਤਾਂ ਉੱਥੇ ਜ਼ਖਮੀ ਹਾਲਤ ਵਿੱਚ ਵਿਅਕਤੀ ਮੌਜੂਦ ਸੀ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਉਸਨੇ ਦਮ ਤੋੜ ਦਿੱਤਾ, ਜਿਸ ਤੇ ਕਿ ਗੋਲੀ ਲੱਗੀ ਹੋਈ ਸੀ। ਫਿਲਹਾਲ ਮ੍ਰਿਤਕ ਦੀ ਪਛਾਣ ਨੂੰ ਜਨਤਕ ਤਾਂ ਨਹੀਂ ਕੀਤਾ ਗਿਆ ਕਿਉਂਕਿ ਹਜੇ ਜਾਂਚ ਸ਼ੁਰੂਆਤੀ ਦੌਰ ਦੇ ਵਿੱਚ ਹੈ। ਆਈਹਿਟ ਦਾ ਕਹਿਣਾ ਹੈ ਕਿ ਇਸ ਉੱਤੇ ਅੱਗੇ ਜਿਹੜੀ ਵੀ ਜਾਣਕਾਰੀ ਸਾਹਮਣੇ ਆਵੇਗੀ ਉਹ ਦੱਸਣਗੇ, ਪਰ ਇਸ ਦੇ ਬਾਰੇ ਜੇਕਰ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਨਾਲ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ, ਜੋ ਇੱਕ ਬਜ਼ੁਰਗ ਜੋੜੇ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਕਿ ਉਹਨਾਂ ਤੋਂ ਕਰੀਬ $4 ਲੱਖ ਲੁੱਟ ਲਏ ਗਏ। ਨਨਾਈਮੋ ਵਿੱਚ ਇੱਕ ਬਜ਼ੁਰਗ ਜੋੜੇ ਨੂੰ ਮੂਰਖ ਬਣਾ ਕੇ ਉਹਨਾਂ ਤੋਂ ਕਰੀਬ $4 ਲੱਖ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਬਾਰੇ ਨਨਾਈਮੋ RCMP ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਰੀਡਰਸ ਡਾਈਜੈਸਟ ਮੈਗਾ ਮਿਲੀਅਨਸ ਲੋਟੋ ਦੇ ਨਾਮ ਦੇ ਉੱਤੇ ਇਹ ਲੁੱਟ ਕੀਤੀ ਗਈ ਹੈ, ਜੋ ਸਾਲ 2021 ਦੇ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਲੁੱਟਣਾ ਸ਼ੁਰੂ ਕੀਤਾ ਗਿਆ। ਜੋ ਜੋੜਾ 80 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਨੂੰ ਪਹਿਲਾਂ ਇੱਕ ਵਿਅਕਤੀ ਫੋਨ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਰੀਡਰਸ ਡਾਈਜੈਸਟ ਦੇ ਵੱਲੋਂ ਉਹ ਬੋਲ ਰਿਹਾ ਹੈ ਤੇ ਉਹ ਇਹ ਦੱਸਣਾ ਚਾਹੁੰਦਾ ਹੈ ਕਿ $18.5 ਮਿਲੀਅਨ ਦੀ ਰਕਮ ਤੇ ਨਾਲ ਹੀ ਇੱਕ ਮਰਸੀਡੀਜ਼ ਗੱਡੀ ਉਹ ਜਿੱਤ ਚੁੱਕੇ ਨੇ, ਪਰ ਇਸ ਨੂੰ ਲੈਣ ਦੇ ਵਾਸਤੇ ਪਹਿਲਾਂ ਉਹਨਾਂ ਨੂੰ ਕੋਈ ਟੈਕਸ ਭਰਨਾ ਪਵੇਗਾ। ਤੇ ਕੁਝ ਦਿਨ ਬਾਅਦ ਉਸ ਬਜ਼ੁਰਗ ਜੋੜੇ ਨੂੰ ਉਹਨਾਂ ਦੀ ਚਿੱਠੀ ਦੇ ਵਿੱਚ ਕੁਝ ਕਾਗਜ਼ ਮਿਲਦੇ ਨੇ, ਜੋ ਕਿ ਦੇਖਣ ਨੂੰ ਅਧਿਕਾਰਤ ਤੌਰ ਦੇ ਉੱਤੇ ਭੇਜੇ ਹੋਏ ਕਾਗਜ਼ ਲੱਗਦੇ ਨੇ, ਜੋ ਕਿ US ਇੰਟਰਨਲ ਰੈਵਨਿਊ ਸਰਵਿਸ ਦੇ ਵੱਲੋਂ ਭੇਜੇ ਗਏ। ਉਸ ਦੇ ਉੱਤੇ ਲਿਖਿਆ ਹੋਇਆ ਸੀ ਤੇ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਕੁਝ ਟੈਕਸ ਰਹਿੰਦਾ ਹੈ ਉਹ ਭਰ ਦੇਣ, ਜਿਸ ਤੋਂ ਬਾਅਦ ਉਹਨਾਂ ਨੂੰ ਜੇਤੂ ਰਕਮ ਮਿਲ ਜਾਵੇਗੀ ਤੇ ਨਾਲ ਮਰਸੀਡੀਜ਼ ਗੱਡੀ। ਤੇ ਫਿਰ ਉਹਨਾਂ ਨੂੰ ਹਫ਼ਤਾਵਾਰ ਫੋਨ ਆਉਂਦੇ ਨੇ ਤੇ ਉਹ ਕਿਸ਼ਤਾਂ ਦੇ ਵਿੱਚ ਟੈਕਸ ਭਰਦੇ ਰਹਿੰਦੇ ਨੇ ਤੇ ਪੂਰੇ 1 ਸਾਲ ਦੇ ਵਿੱਚ ਉਹਨਾਂ ਨੇ ਕਰੀਬ $4 ਲੱਖ ਭਰ ਦਿੱਤਾ, ਪਰ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਨਾਲ ਫਰਾਡ ਹੋਇਆ ਹੈ। ਇਸ ਬਾਰੇ ਨਨਾਈਮੋ RCMP ਦਾ ਕਹਿਣਾ ਹੈ ਕਿ ਨਨਾਈਮੋ ਖੇਤਰ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਇੰਨੇ ਵੱਡੇ ਪੱਧਰ ਦੇ ਉੱਤੇ ਫਰਾਡ ਹੋਇਆ ਹੋਵੇ, ਜਿਸ ਦੇ ਵਿੱਚ ਕਰੀਬ $4 ਲੱਖ ਤੱਕ ਦੀ ਰਕਮ ਸ਼ਾਮਲ ਹੋਵੇ। ਇਸ ਦੌਰਾਨ ਇਹ ਜਾਣਕਾਰੀ ਖਾਸ ਤੌਰ ਦੇ ਉੱਤੇ ਇਸ ਕਰਕੇ ਵੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਕਿ ਜੋ ਬਜ਼ੁਰਗਾਂ ਨੂੰ ਲੁੱਟਣ ਦੇ ਮਾਮਲੇ ਕਾਫੀ ਗਿਣਤੀ ਵਿੱਚ ਇਸ ਸਮੇਂ ਸਾਹਮਣੇ ਆ ਰਹੇ ਨੇ, ਅੱਗੇ ਤੋਂ ਅੱਗੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਅਜਿਹਾ ਜੇਕਰ ਫੋਨ ਜਾਂ ਚਿੱਠੀ ਆਉਂਦੀ ਹੈ ਤਾਂ ਉਸ ਦੇ ਉੱਤੇ ਯਕੀਨ ਨਾ ਕੀਤਾ ਜਾਵੇ। ਅੱਗੇ ਖਬਰ ਕਿ ਰਾਜਧਾਨੀ ਓਟਵਾ ਦੇ ਵਿੱਚ ਕੱਲ ਵਾਸਤੇ ਕਿਹਾ ਗਿਆ ਹੈ ਕਿ ਪਾਰਕਿੰਗ ਸੜਕਾਂ ਦੇ ਉੱਤੇ ਜੋ ਨਾ ਕੀਤੀ ਜਾਵੇ ਇਸ ਸੰਬੰਧੀ ਬੈਨ 1 ਦਿਨ ਦਾ ਲਗਾਇਆ ਗਿਆ ਹੈ। ਬਰਫ਼ਬਾਰੀ ਹੋਣ ਦੇ ਬਾਰੇ ਵੀ ਦੱਸਿਆ ਗਿਆ ਹੈ। ਤੁਹਾਨੂੰ ਰਿਪੋਰਟ ਵਿੱਚ ਦੱਸਦੇ ਹਾਂ ਕਿ ਕੀ ਹੈ ਪੂਰਾ ਮਾਮਲਾ। ਸਰਦੀਆਂ ਵਿੱਚ ਸੜਕਾਂ ਦੇ ਉੱਤੇ ਜੋ ਪਾਰਕਿੰਗ ਦਾ ਬੈਨ ਕਈ ਥਾਵਾਂ ਦੇ ਉੱਤੇ ਲਗਾਇਆ ਜਾਂਦਾ ਹੈ, ਸਿਟੀ ਆਫ ਓਟਵਾ ਨੇ ਦੱਸਿਆ ਕਿ ਉੱਥੇ ਸ਼ਨੀਵਾਰ ਨੂੰ ਇਹ ਲਾਗੂ ਕੀਤਾ ਜਾ ਰਿਹਾ ਹੈ ਵਿੰਟਰ ਵੈਦਰ ਪਾਰਕਿੰਗ ਬੈਨ, ਜੋ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਲਾਗੂ ਰਹੇਗਾ ਕਿ ਸੜਕਾਂ ਉੱਤੇ ਪਾਰਕਿੰਗ ਨਹੀਂ ਕੀਤੀ ਜਾਵੇਗੀ। ਦਰਅਸਲ ਸੜਕਾਂ ਦੇ ਇੱਕ ਪਾਸੇ ਜੋ ਪਾਰਕਿੰਗ ਕੀਤੀ ਜਾਂਦੀ ਹੈ
ਉਸ ਦੇ ਕਰਕੇ ਜੋ ਬਰਫ਼ ਹਟਾਉਣ ਦੇ ਵਿੱਚ ਦਿੱਕਤ ਆਉਂਦੀ ਹੈ। ਇਸ ਕਰਕੇ ਇਹ ਪਾਰਕਿੰਗ ਬੈਨ ਲਗਾਇਆ ਜਾਂਦਾ ਹੈ, ਜੋ ਕਿ 12 ਮਾਰਚ ਨੂੰ ਹੁਣ ਲਾਗੂ ਕੀਤਾ ਜਾ ਰਿਹਾ ਹੈ, ਕਿਉਂਕਿ ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਪਹਿਲਾਂ ਹੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਓਟਾਵਾ ਦੇ ਵਿੱਚ ਬਰਫ਼ ਪੈ ਰਹੀ ਹੈ ਤੇ ਕੱਲ ਸਵੇਰੇ 12 ਸੈਂਟੀਮੀਟਰ ਤੱਕ ਬਰਫ਼ਬਾਰੀ ਸ਼ੁਰੂ ਹੋ ਜਾਵੇਗੀ ਤੇ ਤਾਪਮਾਨ ਰਾਤ ਨੂੰ -4 ਡਿਗਰੀ ਸੈਲਸੀਅਸ ਤੱਕ ਪਹੁੰਚੇਗਾ, ਜੋ ਕਿ ਮਹਿਸੂਸ -8 ਡਿਗਰੀ ਸੈਲਸੀਅਸ ਤੱਕ ਹੋਵੇਗਾ। ਤੇ ਸ਼ਨੀਵਾਰ ਨੂੰ ਇਸ ਦੇ ਬਾਰੇ ਦੱਸਿਆ ਗਿਆ ਹੈ ਕਿ -5 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਤੇ ਮਹਿਸੂਸ -13 ਡਿਗਰੀ ਸੈਲਸੀਅਸ ਤੱਕ ਦੁਪਹਿਰ ਤੱਕ ਹੋਵੇਗਾ। ਤੇ ਐਤਵਾਰ ਨੂੰ ਵੀ ਠੰਡ ਕੁਝ ਇਸੇ ਤਰ੍ਹਾਂ ਰਹੇਗੀ ਤੇ ਹੋ ਸਕਦਾ ਹੈ ਕਿ ਬਰਫ਼ ਪਵੇ, ਪਰ ਪੱਕੇ ਤੌਰ ਦੇ ਉੱਤੇ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਐਤਵਾਰ ਨੂੰ ਵੀ ਬਰਫ਼ ਪਵੇਗੀ। ਪਰ ਫਿਲਹਾਲ ਸ਼ਨੀਵਾਰ ਦੇ ਵਾਸਤੇ ਸਿਟੀ ਆਫ ਓਟਾਵਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ 2 ਤਰ੍ਹਾਂ ਦੀਆਂ ਚਾਕਲੇਟਸ ਨੂੰ ਲੈ ਕੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਰੀਕਾਲ ਜਾਰੀ ਕੀਤਾ ਗਿਆ ਹੈ ਕਿ ਇਹ ਜਾਣਕਾਰੀ ਹੁਣ ਤੁਹਾਨੂੰ ਦੱਸਦੇ ਹਾਂ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ 2 ਪ੍ਰਕਾਰ ਦੀ ਡਾਰਕ ਚਾਕਲੇਟ ਨੂੰ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਇਆ, ਜਿਸ ਸੰਬੰਧੀ ਚੇਤਾਵਨੀ ਵੀ ਸਾਂਝੀ ਕੀਤੀ ਗਈ ਹੈ। ਇਸ ਤਰ੍ਹਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਇੱਕ ਬ੍ਰਾਂਡ ਮੇਡ ਚਾਕਲੇਟਸ ਦੇ ਅਧੀਨ ਵੇਚੀ ਗਈ ਹੈ 73% ਡਾਰਕ ਚਾਕਲੇਟ ਬਾਰ, ਜਿਸ ਦੀ ਪੈਕਿੰਗ 100 ਗ੍ਰਾਮ ਦੀ ਹੈ। 063891603514 ਜਿਸ ਦੇ ਉੱਤੇ UPC ਲਿਖਿਆ ਹੋਇਆ ਹੈ, ਇਸ ਨੂੰ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਇਆ ਗਿਆ ਹੈ। ਤੇ ਦੂਜਾ QC ਬ੍ਰਾਂਡ ਦੇ ਅਧੀਨ ਵੇਚੀ ਗਈ ਹੈ 73% ਡਾਰਕ ਚਾਕਲੇਟ ਐਕਸਟਰਾ, ਜਿਸ ਤੇ 100 ਗ੍ਰਾਮ ਦੀ ਪੈਕਿੰਗ ਹੈ। 063891603736 UPC ਲਿਖਿਆ ਹੋਇਆ ਉਸ ਦੇ ਉੱਤੇ। ਇਸ ਦੀ ਵੀ ਤਸਵੀਰ ਸਾਂਝੀ ਕੀਤੀ ਗਈ ਹੈ, ਇਹ ਵੀ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਈ ਗਈ ਹੈ। ਦਰਅਸਲ ਫੀਲਡਿੰਗ ਗਰੁੱਪ ਲਿਮਿਟਿਡ ਕੰਪਨੀ ਦੇ ਵੱਲੋਂ ਇਹ ਚਾਕਲੇਟਸ ਮਾਰਕੀਟ ਦੇ ਵਿੱਚ ਲਿਆਂਦੀਆਂ ਗਈਆਂ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਇਹਨਾਂ ਦੇ ਵਿੱਚ ਦੁੱਧ ਦੀ ਮੌਜੂਦਗੀ ਹੋ ਸਕਦੀ ਹੈ, ਜੋ ਇਹਨਾਂ ਦੇ ਉੱਤੇ ਲਿਖਿਆ ਨਹੀਂ ਗਿਆ। ਬ੍ਰਿਟਿਸ਼ ਕੋਲੰਬੀਆ, ਓਨਟਾਰੀਓ, ਕਿਊਬੈਕ ਖਾਸ ਤੌਰ ਦੇ ਉੱਤੇ ਇਹਨਾਂ ਥਾਵਾਂ ਦੇ ਉੱਤੇ ਇਹਨਾਂ ਚਾਕਲੇਟਸ ਨੂੰ ਵੇਚਿਆ ਗਿਆ ਹੈ, ਜਿਨ੍ਹਾਂ ਨੂੰ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਉਣ ਦੇ ਬਾਰੇ ਜਾਣਕਾਰੀ ਦੱਸੀ ਗਈ ਹੈ। ਇਸ ਦੇ ਨਾਲ ਹੀ ਜੇਕਰ ਕਿਸੇ ਨੂੰ ਦੁੱਧ ਤੋਂ ਐਲਰਜੀ ਹੋਵੇ, ਉਸ ਦੇ ਵਾਸਤੇ ਇਹ ਖਤਰਨਾਕ ਸਾਬਤ ਹੋ ਸਕਦਾ ਹੈ, ਜਿਸ ਦੇ ਲਈ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਇਹ ਚਾਕਲੇਟ ਖਰੀਦੀ ਹੈ ਤੇ ਇਸ ਨੂੰ ਤੁਸੀਂ ਵਾਪਸ ਕਰ ਸਕਦੇ ਹੋ ਜਾਂ ਸੁੱਟ ਸਕਦੇ ਹੋ, ਕਿਉਂਕਿ ਜੇਕਰ ਕਿਸੇ ਨੂੰ ਦੁੱਧ ਤੋਂ ਐਲਰਜੀ ਹੋਵੇ ਤਾਂ ਉਹ ਗੰਭੀਰ ਰੂਪ 'ਚ ਬਿਮਾਰ ਹੋ ਸਕਦੇ ਨੇ ਇਸ ਚਾਕਲੇਟ ਨੂੰ ਖਾਣ ਤੋਂ ਬਾਅਦ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਵਾਰ ਮੁੜ ਤੋਂ ਅੰਕੜੇ ਸਾਹਮਣੇ ਆਏ ਨੇ ਕਿ 1 ਮਹੀਨੇ ਵਿੱਚ 200 ਤੋਂ ਵੱਧ ਨਸ਼ੇ ਦੇ ਕਰਕੇ ਮੌਤਾਂ ਹੋਈਆਂ ਨੇ, ਓਵਰਡੋਜ਼ ਦੇ ਕਰਕੇ। ਇਸ ਤੋਂ ਪਹਿਲਾਂ 3 ਮਹੀਨੇ ਅਜਿਹੇ ਲੰਘ ਚੁੱਕੇ ਨੇ ਕਿ 200 ਤੋਂ ਵੱਧ ਮੌਤਾਂ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸਨ। ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ੇ ਦੀ ਓਵਰਡੋਜ਼ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਤਾਜ਼ਾ ਅੰਕੜੇ ਜੋ ਸਾਹਮਣੇ ਆਏ ਨੇ ਉਸ ਦਾ ਸਬੂਤ ਪੇਸ਼ ਕਰਦੇ ਨੇ। ਸੂਬੇ ਵਿੱਚ ਕੋਰਨਰਸ ਸਰਵਿਸ ਨੇ ਤਾਜ਼ਾ ਅੰਕੜੇ ਸਾਂਝੇ ਕੀਤੇ ਸ਼ੁੱਕਰਵਾਰ ਨੂੰ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਲ 2022 ਦੇ ਪਹਿਲੇ ਮਹੀਨੇ ਦੇ ਵਿੱਚ ਹੀ ਗੈਰ ਕਾਨੂੰਨੀ ਨਸ਼ੇ ਦੀ ਓਵਰਡੋਜ਼ ਕਰਕੇ 207 ਜਣਿਆਂ ਨੇ ਦਮ ਤੋੜ ਦਿੱਤਾ, ਜੋ ਕਿ ਇਸ ਸਾਲ ਦੇ ਪਹਿਲੇ ਮਹੀਨੇ ਦੇ ਅੰਕੜੇ ਨੇ। ਤੇ ਪਿਛਲੇ ਸਾਲ ਦੇ ਹਿਸਾਬ ਨਾਲ ਜੇਕਰ ਇਸ ਦੀ ਤੁਲਨਾ ਕੀਤੀ ਜਾਵੇ ਤਾਂ 10% ਤੱਕ ਦਾ ਵਾਧਾ ਹੋਇਆ ਹੈ ਤੇ ਹਰ ਰੋਜ਼ 6 ਤੋਂ 7 ਮੌਤਾਂ ਹੋ ਰਹੀਆਂ ਨੇ ਔਸਤਨ। ਜੇਕਰ ਇਹਨਾਂ ਅੰਕੜਿਆਂ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ ਦੇਖਿਆ ਜਾਵੇ, ਜੋ ਇਹ ਅੰਕੜੇ ਸਾਂਝੇ ਕੀਤੇ ਗਏ ਨੇ ਉਸ ਵਿੱਚ ਇਹ ਹੈ ਕਿ ਸਾਲ 2022 ਦੀ ਸ਼ੁਰੂਆਤ ਵੀ ਕੁਝ ਇਸ ਤਰ੍ਹਾਂ ਹੋਈ ਹੈ ਕਿ ਕੋਈ ਵੀ ਕਾਬੂ ਇਸ ਦੇ ਉੱਤੇ ਹਜੇ ਤੱਕ ਨਹੀਂ ਪਾਇਆ ਜਾ ਸਕਿਆ ਤੇ ਇਹ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਪਰ ਸਾਲ 2021 ਦੇ ਆਖਰੀ 2 ਮਹੀਨਿਆਂ ਦੀ ਤੁਲਨਾ ਮੁਤਾਬਕ ਥੋੜੀ ਇਹ ਗਿਣਤੀ ਘਟੀ ਹੈ, ਇਸ ਦੇ ਬਾਰੇ ਵੀ ਦੱਸਿਆ ਗਿਆ ਹੈ। ਪਰ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਹਰ ਮਹੀਨੇ ਨਸ਼ੇ ਦੀ ਓਵਰਡੋਜ਼ ਕਰਕੇ 200 ਤੋਂ ਵੱਧ ਮੌਤਾਂ ਹੀ ਹੁੰਦੀਆਂ ਆ ਰਹੀਆਂ ਨੇ। BC ਕੋਰਨਰਸ ਤੋਂ ਜੋ ਚੀਫ ਨੇ ਉਹਨਾਂ ਨੇ ਇਸ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾਇਆ ਹੈ ਉਹਨਾਂ ਦੇ ਵਾਸਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਮੌਕੇ ਲਗਾਤਾਰ ਨਸ਼ੇ ਕਰਕੇ ਹੁੰਦੀਆਂ ਮੌਤਾਂ ਨੂੰ ਰੋਕਣ ਦੇ ਵਾਸਤੇ ਕਦਮ ਚੁੱਕਣ ਦੇ ਦਾਅਵੇ ਵੀ ਕੀਤੇ ਜਾਂਦੇ ਨੇ, ਪ੍ਰੋਗਰਾਮ ਵੀ ਲਿਆਂਦੇ ਜਾ ਰਹੇ ਨੇ, ਪਰ ਉਸ ਦਾ ਅਸਰ ਉਸ ਸਮੇਂ ਹੀ ਦਿਖਾਈ ਦੇਣ ਲੱਗੇਗਾ ਜਦੋਂ ਮੌਤਾਂ ਦੀ ਇਹ ਗਿਣਤੀ ਘੱਟ ਹੋਵੇਗੀ ਕਿ ਨਸ਼ੇ ਦੀ ਓਵਰਡੋਜ਼ ਕਰਕੇ ਹਰ ਮਹੀਨੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਜਾਨ ਗਵਾ ਬੈਠਦੇ ਨੇ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਗੈਰ ਕਾਨੂੰਨੀ ਨਸ਼ੇ ਨੇ, ਕਿਉਂਕਿ ਉਹ ਜ਼ਹਿਰੀਲੇ ਵੀ ਜ਼ਿਆਦਾ ਹੁੰਦੇ ਨੇ। ਇਸ ਦੇ ਵਿੱਚ ਇਹ ਵੀ ਹੈ ਕਿ 83% ਤੱਕ ਮੌਤਾਂ ਦੀ ਗਿਣਤੀ ਕੁਝ ਅਜਿਹੀ ਹੈ ਕਿ ਫੈਂਟਨਲ ਦੀ ਓਵਰਡੋਜ਼ ਕਰਕੇ ਮੌਤ ਹੋਈ ਹੋ ਸਕਦੀ ਹੈ, ਜੋ ਕਿ ਇੱਕ ਸਿੰਥੈਟਿਕ ਨਸ਼ਾ ਹੈ। ਨਸ਼ੇ ਦੀ ਓਵਰਡੋਜ਼ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇ ਉੱਤੇ ਠੱਲ ਪਾਉਣ ਦੇ ਵਾਸਤੇ ਜਿੱਥੇ ਇੱਕ ਪਾਸੇ ਕਦਮ ਚੁੱਕਣ ਦਾ ਦਾਅਵਾ ਸਰਕਾਰਾਂ ਤੇ ਸੰਸਥਾਵਾਂ ਦੇ ਵੱਲੋਂ ਵੱਖੋ ਵੱਖਰੇ ਪੱਧਰ ਦੇ ਉੱਤੇ ਕੀਤਾ ਜਾ ਰਿਹਾ ਹੈ, ਤਾਂ ਦੂਜੇ ਪਾਸੇ ਕਈ ਪ੍ਰਦਰਸ਼ਨ ਵੀ ਹੁੰਦੇ ਨੇ ਤੇ ਮੰਗ ਵੀ ਕੀਤੀ ਜਾ ਰਹੀ ਹੈ ਕਿ ਅਜਿਹਾ ਨਾ ਹੋਵੇ। ਇਸ ਸੰਬੰਧੀ ਖਾਸ ਤੌਰ ਦੇ ਉੱਤੇ ਜਿਹੜੇ ਗੈਰ ਕਾਨੂੰਨੀ ਨਸ਼ੇ ਨੇ ਉਹ ਜਾਨਲੇਵਾ ਹੁੰਦੇ ਨੇ,
ਉਹ ਆਮ ਲੋਕਾਂ ਤੱਕ ਕਿਸ ਤਰ੍ਹਾਂ ਪਹੁੰਚਦੇ ਨੇ ਤੇ ਇਸ ਦੇ ਉੱਤੇ ਕਾਬੂ ਕੀਤੇ ਜਾਣ ਦੇ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਨੇ, ਇਸ ਸੰਬੰਧੀ ਲਗਾਤਾਰ ਮੰਗ ਕੀਤੀ ਜਾਂਦੀ ਹੈ। ਤੇ ਇਸ ਦੇ ਬਾਰੇ ਸਰਕਾਰ ਦੇ ਵੱਲੋਂ ਵੀ ਲਗਾਤਾਰ ਕਿਹਾ ਜਾਂਦਾ ਹੈ ਕਿ ਵੱਖ ਵੱਖਰੇ ਪ੍ਰੋਗਰਾਮ ਲਿਆਉਂਦੇ ਨੇ, ਪਰ ਇਸ ਸਮੇਂ ਜੋ ਨਸ਼ੇ ਦੇ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੈ ਉਹ ਘੱਟ ਹੁੰਦੀ ਦਿਖਾਈ ਨਹੀਂ ਦੇ ਰਹੀ। ਤੇ ਇਸ ਦੇ ਉੱਤੇ ਅੱਗੇ ਜਿਹੜੀ ਵੀ ਕੋਈ ਅਪਡੇਟ ਹੋਵੇਗੀ ਸਾਨੂੰ ਦੱਸਾਂਗੇ। ਤਾਂ ਉਧਰ ਅੱਗੇ ਮਾਮਲਾ ਸਰੀ ਤੋਂ ਹੈ, ਜਿੱਥੇ ਕਿ ਇੱਕ ਗਰੋਸਰੀ ਸਟੋਰ ਦੇ ਵਿੱਚ ATM ਮਸ਼ੀਨ ਲੱਗੀ ਹੋਈ ਸੀ ਜੋ ਉਸ ਦੇ ਵਿੱਚੋਂ ਲੁੱਟ ਕੀਤੀ ਗਈ ਹੈ। ਸਰੀ RCMP ਇਸ ਵਿਅਕਤੀ ਨੂੰ ਲੱਭਣ ਦੇ ਵਾਸਤੇ ਸਹਿਯੋਗ ਮੰਗ ਰਹੀ ਹੈ। ਇਹ ਵਿਅਕਤੀ ਜੋ ਕਿ ਦਿਖਾਈ ਦੇ ਰਿਹਾ ਹੈ ਇੱਕ ਗਰੋਸਰੀ ਸਟੋਰ ਦੇ ਵਿੱਚ 159 ਬਲਾਕ ਤੇ ਫਰੇਜ਼ਰ ਹਾਈਵੇ ਦੇ ਉੱਤੇ ਸਰੀ ਵਿੱਚ ਫਰਵਰੀ 2 ਦਾ ਇਹ ਮਾਮਲਾ ਹੈ, ਜਦੋਂ ਰਾਤ ਨੂੰ ਸਟੋਰ ਬੰਦ ਸੀ ਤਾਂ ਛੱਤ ਦੇ ਵਿੱਚੋਂ ਪਾੜ ਲਗਾ ਕੇ ਪੌੜੀ ਦੇ ਨਾਲ ਇਹ ਗਰੋਸਰੀ ਸਟੋਰ ਦੇ ਵਿੱਚ ਵਿਅਕਤੀ ਉਤਰਿਆ ਤੇ ਉੱਥੇ ਪਈ ATM ਮਸ਼ੀਨ ਦੇ ਵਿੱਚੋਂ ਕੈਸ਼ ਚੋਰੀ ਕੀਤਾ ਇਸਨੇ, ਜਿਸ ਤੋਂ ਬਾਅਦ ਇਸ ਵਿਅਕਤੀ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਬੇਸ਼ੱਕ ਇਸ ਵੀਡੀਓ ਦੇ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦਾ ਮੂੰਹ ਦਿਖਾਈ ਨਹੀਂ ਦੇ ਰਿਹਾ, ਜਿਸ ਕਰਕੇ ਉਸ ਦੀ ਪਛਾਣ ਕਰਨੀ ਮੁਸ਼ਕਲ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਇਸ ਨੂੰ ਦੇਖਦੇ ਹੋਏ ਜੇਕਰ ਕੋਈ ਵੀ ਇਸ ਵਿਅਕਤੀ ਦੇ ਬਾਰੇ ਕੋਈ ਜਾਣਕਾਰੀ ਦੱਸ ਸਕਦਾ ਹੋਵੇ ਜਾਂ ਫਿਰ ਜੋ ਇਸ ਵਿਅਕਤੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਸ ਆਧਾਰ ਦੇ ਉੱਤੇ ਜੇਕਰ ਇਸ ਨੂੰ ਕੋਈ ਪਛਾਣਦਾ ਹੋਵੇ ਤਾਂ ਸਰੀ RCMP ਨਾਲ ਤੁਰੰਤ ਸੰਪਰਕ ਜ਼ਰੂਰ ਕੀਤਾ ਜਾਵੇ। ਪੂਰੀ ਤਰ੍ਹਾਂ ਖੁਦ ਨੂੰ ਇਸ ਵਿਅਕਤੀ ਨੇ ਢੱਕਿਆ ਹੋਇਆ ਸੀ ਜਦੋਂ ਗਰੋਸਰੀ ਸਟੋਰ ਦੇ ਵਿੱਚ ਇਹ ਕੁਝ ਇਸ ਤਰ੍ਹਾਂ ਚੋਰੀ ਕਰਨ ਦੇ ਵਾਸਤੇ ਪੌੜੀ ਦੇ ਰਾਹੀਂ ਅੰਦਰ ਆਇਆ। ਇਸ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਸਰੀ RCMP ਨਾਲ 604 59 90 502 ਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਹਰ ਹਫਤੇ ਦੀ ਤਰ੍ਹਾਂ ਉਹਨਾਂ ਦੇ ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਕਈ ਹਜ਼ਾਰ ਰਿਫਿਊਜੀਆਂ ਨੂੰ ਪਨਾਹ ਦਿੱਤੀ ਜਾਵੇਗੀ ਜਿਹੜੇ ਕਿ ਯੂਕਰੇਨ ਤੋਂ ਆ ਰਹੇ ਨੇ ਤੇ ਉਹਨਾਂ ਦਾ ਸਵਾਗਤ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਹਜ਼ਾਰਾਂ ਯੂਕਰੇਨੀਅਨਸ ਦਾ ਸਵਾਗਤ ਕੀਤਾ ਜਾ ਰਿਹਾ ਹੈ, ਰਿਫਿਊਜੀਆਂ ਦੇ ਵਜੋਂ ਪਨਾਹ ਦਿੱਤੀ ਜਾ ਰਹੀ ਹੈ, ਜਿਸ ਦੇ ਬਾਰੇ ਪ੍ਰੀਮੀਅਰ ਜੌਨ ਹੌਰਗਨ ਨੇ ਅੱਜ ਸਵੇਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਕਿਹਾ ਕਿ ਯੂਕਰੇਨੀਅਨ ਭਾਈਚਾਰੇ ਦੇ ਨਾਲ ਉਹ ਲਗਾਤਾਰ ਗੱਲਬਾਤ ਕਰ ਰਹੇ ਨੇ ਤੇ ਉਹਨਾਂ ਨੇ ਦੇਸ਼ ਭਰ ਦੇ ਵਿੱਚ ਸੂਬਿਆਂ ਦੇ ਪ੍ਰੀਮੀਅਰਸ ਦੇ ਨਾਲ ਵੀ ਇੱਕ ਕਾਨਫਰੰਸ ਕਾਲ ਦੇ ਉੱਤੇ ਗੱਲਬਾਤ ਕੀਤੀ ਹੈ, ਜਿਸ ਦੇ ਵਿੱਚ ਇਹ ਸਲਾਹ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਵੱਖੋ ਵੱਖਰੇ ਸੂਬਿਆਂ ਦੇ ਵੱਲੋਂ ਇਸ ਸਮੇਂ ਮਦਦ ਕੀਤੀ ਜਾ ਸਕਦੀ ਹੈ। ਯੂਕਰੇਨੀਅਨ ਭਾਈਚਾਰੇ ਦੀ ਮਦਦ ਦੇ ਵਾਸਤੇ ਬ੍ਰਿਟਿਸ਼ ਕੋਲੰਬੀਆ ਵਾਸੀ ਵੱਡੇ ਪੱਧਰ ਦੇ ਉੱਤੇ ਸਾਹਮਣੇ ਆ ਰਹੇ ਨੇ। ਇਸ ਦੇ ਬਾਰੇ ਪ੍ਰੀਮੀਅਰ ਜੌਨ ਹੌਰਗਨ ਨੇ ਜ਼ਿਕਰ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਵੀ ਆਪਣੇ ਵੱਲੋਂ ਮਦਦ ਹੋਰ ਦੇਣਾ ਚਾਹੁੰਦੇ ਨੇ ਉਹ 1800 ਦੇ ਉੱਤੇ ਫੋਨ ਕਰਕੇ ਅੱਗੇ ਮਦਦ ਦੇ ਸਕਦੇ ਨੇ। ਈਮੇਲ ਦੇ ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ। ਵੱਖੋ ਵੱਖਰੀਆਂ ਸੰਸਥਾਵਾਂ ਇਸ ਸਮੇਂ ਯੂਕਰੇਨੀਅਨ ਭਾਈਚਾਰੇ ਦੀਆਂ ਜੋ ਮਦਦ ਦੇ ਲਈ ਸਾਹਮਣੇ ਆ ਰਹੀਆਂ ਨੇ ਉਹਨਾਂ ਨੂੰ ਦਾਨ ਦਿੱਤਾ ਜਾ ਸਕਦਾ ਹੈ ਤੇ ਜੇਕਰ ਫੋਨ ਜਾਂ ਈਮੇਲ ਦੇ ਰਾਹੀਂ ਕੋਈ ਜਵਾਬ ਛੇਤੀ ਨਾਲ ਨਹੀਂ ਮਿਲਦਾ ਤਾਂ ਉਸ ਉੱਤੇ ਸਬਰ ਕੀਤਾ ਜਾਵੇ, ਕਿਉਂਕਿ ਇਸ ਸਮੇਂ ਕਾਫੀ ਜ਼ਿਆਦਾ ਗਿਣਤੀ ਵਿੱਚ ਵਲੰਟੀਅਰ ਕੰਮ ਤਾਂ ਕਰ ਰਹੇ ਨੇ, ਪਰ ਕੰਮ ਬਹੁਤ ਜ਼ਿਆਦਾ ਹੋਣ ਕਰਕੇ ਉਹ ਛੇਤੀ ਨਾਲ ਕਈ ਵਾਰ ਜਵਾਬ ਨਹੀਂ ਦੇ ਪਾਉਂਦੇ, ਜਿਸ ਕਰਕੇ ਸਬਰ ਕੀਤਾ ਜਾ ਸਕਦਾ ਤੇ ਦਾਨ ਦਿੱਤਾ ਜਾ ਸਕਦਾ ਤਾਂ ਕਿ ਜਿਹੜੇ ਔਰਤਾਂ, ਬੱਚੇ ਤੇ ਹੋਰ ਯੂਕਰੇਨੀਅਨ ਵਾਸੀ ਖਾਸ ਤੌਰ ਦੇ ਉੱਤੇ ਚੁਣੌਤੀਆਂ ਦਾ ਸਾਹਮਣਾ ਵੀ ਕਰਨਗੇ ਕਿ ਉਹ ਇੱਕਦਮ ਦੂਜੇ ਦੇਸ਼ ਦੇ ਵਿੱਚ ਆ ਰਹੇ ਨੇ, ਤਾਂ ਇਸ ਮੌਕੇ ਉਹਨਾਂ ਦਾ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਜਾਵੇ ਕਿ ਉਹਨਾਂ ਨੂੰ ਵਧੀਆ ਮਹਿਸੂਸ ਹੋਵੇ। ਇਸ ਦੇ ਵਾਸਤੇ ਵੀ ਕਿਹਾ ਗਿਆ ਤੇ ਬ੍ਰਿਟਿਸ਼ ਕੋਲੰਬੀਆ ਵਾਸੀ ਕਿਵੇਂ ਵੱਧ ਚੜ ਕੇ ਮਦਦ ਕਰ ਵੀ ਰਹੇ ਨੇ, ਇਸ ਦਾ ਜ਼ਿਕਰ ਪ੍ਰੀਮੀਅਰ ਜੌਨ ਹੌਰਗਨ ਨੇ ਕੀਤਾ ਤੇ ਨਾਲ ਹੀ ਰਸ਼ੀਆ ਦੇ ਵੱਲੋਂ ਜੋ ਹਮਲਾ ਕੀਤਾ ਗਿਆ ਇਸ ਦੀ ਨਿਖੇਧੀ ਕਰਦੇ ਹੋਏ ਪ੍ਰੀਮੀਅਰ ਜੌਨ ਹੌਰਗਨ ਨੇ ਇਸ ਮੌਕੇ ਯੂਕਰੇਨੀਅਨ ਭਾਈਚਾਰੇ ਦੀ ਮਦਦ ਕਰਨ ਦੇ ਬਾਰੇ ਕਿਹਾ। At the beginning, just say a few words about the work we've been doing with the Ukrainian community here in British Columbia, as well as settlement organizations who will be calling upon to assist in the days and weeks ahead as we see potentially thousands and perhaps tens of thousands of Ukrainian citizens arriving here in British Columbia seeking refuge. Earlier this week, I also had a conference call with the premiers across the country to talk about how we can have a coast-to-coast response to what will become an emerging refugee crisis in Europe as a result of the invasion by Vladimir Putin of the sovereign state of Ukraine. The consequences are being seen nightly on our televisions. Having an opportunity to speak with the Ukrainian community here in British Columbia today and settlement organizations earlier in the week, we all stand ready to open our hearts and our homes to the refugees who will be coming. But there are challenges, and we were identifying issues around translation, issues around trauma counseling for the children. Women and children are likely to be the bulk of the people coming to British Columbia. And also how we as a government, immigration not a
primary responsibility of the province. But of course, none of that matters at times of crisis. And we wanted to be clear to the Ukrainian community and to you through the media, to all British Columbians, that there is much that needs to be done. And there are a variety of ways that you can help. We'll be standing up a 1-800 number to take calls because, quite frankly, the modestly sized Ukrainian organizations, whether they be in our major centers or in regional hubs, are overwhelmed by the generosity and good wishes of British Columbians, and we need to manage that. If you don't get a call back, if you don't get a response to your email, it's not because the need isn't there. It's because, quite frankly, the volunteers are overwhelmed. So we ask for patience from the broader public as we put together an infrastructure to accept the benevolence and generosity of British Columbians towards the good people, the courageous and gracious people of Ukraine who are enduring the most unimaginable horrors at a time when we thought that type of activity was behind us. Historic anomalies rather than a present-day threat. And the violence that's being put upon Ukraine by the Russian government is totally unacceptable. I reinforce, I believe, the view of all British Columbians that Vladimir Putin should step down, step back, and get the heck out of the Ukraine. ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।